संत सरन जो जन परे, सो जन उदरने हार। संत की निंदा नानका, बाहर बाहर अवतार। हम अवगुण भरे एक गुण नाही, अमृत छाड़ बिखै बिख खाई। माया मोह भरम पै भूले, सुत दारा स्यों प्रीत लगाई। एक उत्तम पंथ सुनियो गुर संगत, त्रह मिलंत जम त्रास मिटाई। एक अरदास भाट की रत की, गुर रामदास राखो सरणाई। एक अरदास पाठ की रत की, गुर रामदास राखो सरणाई। परम सत्कारयोग गुरु प्यारी सत संगत जी, अज मैं आप जी नाल कुछ विचार साझे करा। ਆਪਾਂ ਜਾਣਦੇ ਹਾਂ, ਆਪਾਂ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਦੇ ਹਾਂ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹੁੰਦੇ ਹਾਂ। ਸਾਧ ਸੰਗਤ ਜੀ, ਪਰ ਇਹ ਗੁਰੂ ਹੈ ਕਿੱਦਾਂ ਦਾ, ਇਹਦੀ ਬਾਣੀ ਕਹਿੰਦੀ ਕੀ ਹੈ ਤੇ ਇਹ ਸਮਝਾਉਣਾ ਕੀ ਕਰਦਾ ਹੈ। ਸਾਧ ਸੰਗਤ ਜੀ, ਇਹ ਬਾਣੀ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ, ਇਹ ਬਾਣੀ ਕਿਸੇ ਮਨੁੱਖ ਦੀ ਨਹੀਂ, ਕਿਸੇ ਆਮ ਬੰਦੇ ਦੀ ਨਹੀਂ, ਇਹ ਅਕਾਲ ਪੁਰਖ ਦੀ ਬਾਣੀ ਹੈ। ਸਾਧ ਸੰਗਤ, ਉਹ ਅਕਾਲ ਪੁਰਖ ਹੈ ਕੀ? ਅਕਾਲ ਪੁਰਖ ਸਾਧ ਸੰਗਤ ਜੀ ਉਹ ਹੁੰਦਾ ਹੈ ਜਿਹੜਾ ਅੱਠਾਂ ਤੱਤਾਂ ਤੋਂ ਰਹਿਤ ਹੋਵੇ, ਜਿਹਦਾ 9 ਖੰਡਾਂ ਤੇ 7 ਦੀਪਾਂ ਵਿੱਚ ਪ੍ਰਕਾਸ਼ ਹੋਵੇ। ਸਾਧ ਸੰਗਤ ਜੀ, ਹੁਣ ਉਹ 8 ਤੱਤ ਕਿਹੜੇ ਨੇ? ਅਪ ਤੇਜ, ਅਪ ਤੋਂ ਭਾਵ ਪਾਣੀ, ਤੇਜ ਅੱਗ, ਵਾਏ ਪ੍ਰਿਥਵੀ, ਆਕਾਸ਼, ਮਨ, ਮਤ, ਬੁੱਧ। ਸਾਧ ਸੰਗਤ ਜੀ, ਇਹ ਅਕਾਲ ਪੁਰਖ ਦੀ ਬਾਣੀ ਹੈ ਤੇ ਇਸ ਦੀ ਵਡਿਆਈ ਕੀ ਹੈ। ਸਾਧ ਸੰਗਤ, ਆਪਾਂ ਅਨੇਕਾਂ ਹੀ ਧਰਮਾਂ ਦਾ ਮੁਤਾਲਿਆ ਕਰਦੇ ਹਾਂ। ਜਦ ਆਪਾਂ ਬਾਈਬਲ ਦਾ ਮੁਤਾਲਿਆ ਕਰਦੇ ਹਾਂ, ਉਸ ਦੇ ਪਹਿਲੇ ਪੰਨੇ 'ਤੇ ਪੰਨਾ ਥੱਲਣਾ ਨਹੀਂ ਪੈਂਦਾ, ਸ਼ੁਰੂਆਤ 'ਚ ਇੱਕ ਇਹ ਚੀਜ਼ ਲਿਖੀ ਹੈ ਵੀ ਜਦੋਂ ਕੁਝ ਵੀ ਨਹੀਂ ਸੀ, ਸ਼ਬਦ ਸੀ ਤੇ ਸ਼ਬਦ ਹੀ ਅਕਾਲ ਪੁਰਖ ਹੈ। ਜਦੋਂ ਆਪਾਂ ਬਾਈਬਲ ਪੜ੍ਹਦੇ ਹਾਂ ਨਾ, ਉਹਦੇ ਵਿੱਚ ਇਹ ਸਮਝਾਇਆ ਗਿਆ ਹੈ ਭਈ ਮੈਂ ਹੀ ਅਕਾਲ ਪੁਰਖ ਦਾ ਪੁੱਤਰ ਹਾਂ, ਜੋ ਕੀਤਾ ਮੈਂ ਕੀਤਾ। ਸਾਧ ਸੰਗਤ ਜੀ, ਆਪਾਂ ਬਾਕੀ ਧਰਮ ਗ੍ਰੰਥਾਂ ਦਾ ਵੀ ਜਦੋਂ ਮੁਤਾਲਿਆ ਕਰੀਏ ਨਾ, ਉਹਨਾਂ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਜੋ ਕੀਤਾ ਮੈਂ ਕੀਤਾ, ਮੈਂ ਹੀ ਰੱਬ ਹਾਂ। ਪਰ ਸਾਧ ਸੰਗਤ, ਇੱਕ ਕੇਵਲ ਐਸਾ ਇਹੀ ਗ੍ਰੰਥ ਹੈ ਜੋ ਕਹਿੰਦਾ ਹੈ ਜੋ ਵੀ ਤੂੰ ਕੀਤਾ ਅਕਾਲ ਪੁਰਖ ਤੂੰ ਕੀਤਾ, ਮੈਂ ਕੁਝ ਨਹੀਂ ਕੀਤਾ। ਸਾਧ ਸੰਗਤ, ਗੁਰਬਾਣੀ ਸਾਨੂੰ ਇਹ ਸਮਝਾਉਂਦੀ ਹੈ ਕਿ ਜੇ ਅਸੀਂ ਆਪਣੇ ਅੰਦਰ ਮੈਂ ਰੱਖਦੇ ਹਾਂ ਤੇ ਅਸੀਂ ਪਾਈ ਝੂਠੇ ਹਾਂ, ਕਿਉਂਕਿ ਜਦੋਂ ਸਾਡੇ ਅੰਦਰ ਮੈਂ ਆ ਜਾਏ ਤੇ ਅਸੀਂ ਹੰਕਾਰੀ ਬਣ ਜਾਂਦੇ ਹਾਂ। ਸਾਧ ਸੰਗਤ ਜੀ, ਇਸ ਗ੍ਰੰਥ ਦੀ ਵਡਿਆਈ ਹੋਈ ਕਿਵੇਂ? ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਸ ਵੇਲੇ ਇਹ ਪਾਵਨ ਸਰੂਪ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, ਭਾਈ ਗੁਰਦਾਸ ਜੀ ਪਾਸੋਂ ਇਹ ਬਾਣੀ ਲਿਖਵਾਈ ਰਾਮਸਰ ਵਿਖੇ ਬੈਠ ਕਰਕੇ, ਤੇ ਸਾਧ ਸੰਗਤ ਜੀ, ਇਸ ਦਾ ਪਹਿਲਾ ਪ੍ਰਕਾਸ਼ 1604 ਨੂੰ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਇਆ, ਜਿਸ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਨੂੰ ਥਾਪਿਆ ਗਿਆ। ਤੇ ਇਤਿਹਾਸਕ ਵਚਨ ਇਹ ਲਿਖੇ ਜਾਂਦੇ ਨੇ, ਮਹਾਰਾਜ ਕਹਿੰਦੇ ਨੇ, ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਹੋ ਆਵਾਜ਼ਾ, ਸੁਣੈ ਪੰਥ। ਆਦਬ ਸਹਿਤ ਗ੍ਰੰਥ ਸੋ ਖੋਲਾ, ਉੱਚੀ ਆਵਾਜ਼ ਮੁਖ ਬੁੱਢਾ ਬੋਲਾ। ਸਾਧ ਸੰਗਤ, ਮਹਾਰਾਜ ਨੇ ਕੀ ਹੁਕਮਨਾਮਾ ਬਖਸ਼ਿਆ? ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਸਾਧ ਸੰਗਤ ਜੀ, ਉਸ ਵੇਲੇ ਨਾ ਹਿੰਦੁਸਤਾਨ ਦਾ ਬਾਦਸ਼ਾਹ ਅਕਬਰ ਗੱਦੀ 'ਤੇ ਵਿਰਾਜਮਾਨ ਹੈ। ਸਾਧ ਸੰਗਤ, ਇੱਕ ਗੱਲ
ਇਹ ਪੱਕੀ ਸਪਸ਼ਟ ਹੈ ਔਰ ਪੱਕੀ ਇਹ ਗੱਲ ਹੁੰਦੀ ਹੀ ਹੈ, ਜਿੱਥੇ ਸੱਚ ਹੋਵੇ ਨਾ ਉੱਥੇ ਸੱਚ ਦੇ ਦੋਖੀ ਜ਼ਰੂਰ ਹੁੰਦੇ ਨੇ। ਜਿੱਥੇ ਸੱਚ ਹੋਵੇ, ਸਾਧ ਸੰਗਤ ਗੁਰੂ ਘਰ ਦੇ ਦੋਖੀਆਂ ਨੇ ਅਕਬਰ ਪਾਤਸ਼ਾਹ ਦੇ ਕੋਲ ਜਾ ਕੇ ਸ਼ਿਕਾਇਤ ਕਰ ਦਿੱਤੀ। ਕਹਿਣ ਲੱਗੇ, ਬਾਦਸ਼ਾਹ ਸਲਾਮਤ, ਤੁਸੀਂ ਦੀਨੇ ਇਲਾਹੀ ਧਰਮ ਚਲਾਉਣਾ ਚਾਹੁੰਦੇ ਹੋ, ਪਰ ਅਰਜਨ ਦੇਵ ਨੇ ਅੰਮ੍ਰਿਤਸਰ ਵਿਖੇ ਇੱਕ ਐਸਾ ਗ੍ਰੰਥ ਤਿਆਰ ਕਰਾਇਆ ਹੈ ਜਿੱਥੇ ਮੁਸਲਮਾਨਾਂ ਨੂੰ ਜਿਹਦੇ ਵਿੱਚ ਮਾੜਾ ਲਿਖਿਆ ਹੈ, ਜਿਹਦੇ ਵਿੱਚ ਮੁਹੰਮਦ ਸਾਹਿਬ ਨੂੰ ਮਾੜਾ ਆਖਿਆ ਹੈ। ਮਹਾਰਾਜ ਨੂੰ ਇਹ ਗੱਲ ਦਾ ਪਤਾ ਲੱਗਾ। ਪਤਾ ਸਾਧ ਸੰਗਤ ਕਿਵੇਂ ਲੱਗਾ? ਆਪ ਨਾਰਾਇਣ ਕਲਾਧਾਰ ਸਨ। ਅਕਬਰ ਬਾਦਸ਼ਾਹ ਨੇ ਕੀ ਹੁਕਮ ਜਾਰੀ ਕੀਤਾ? ਕਹਿਣ ਲੱਗਾ, ਇੰਜ ਕਰੋ, ਮੇਰੀ ਚਿੱਠੀ ਅੰਮ੍ਰਿਤਸਰ ਪਹੁੰਚਾ ਦਿਓ। ਚਿੱਠੀ ਪਹੁੰਚ ਗਈ, ਚਿੱਠੀ ਪੜ੍ਹੀ ਗਈ। ਚਿੱਠੀ 'ਚ ਸਾਧ ਸੰਗਤ ਕੀ ਲਿਖ ਕੇ ਉਸਨੇ ਭੇਜਿਆ? ਕਹਿਣ ਲੱਗਾ, ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਇੱਕ ਗ੍ਰੰਥ ਤਿਆਰ ਕੀਤਾ ਹੈ, ਮੈਂ ਇਸ ਗ੍ਰੰਥ ਨੂੰ ਪਰਖਣਾ ਹੈ। ਇਸ ਗ੍ਰੰਥ ਨੂੰ ਤੁਸੀਂ ਅਚਲ ਬਟਾਲੇ ਭੇਜ ਦਿਓ, ਉੱਥੇ ਮੈਂ ਦੱਸਾਂਗਾ ਕਿ ਇਸ ਗ੍ਰੰਥ ਨੂੰ ਰੱਖਣਾ ਹੈ ਤਾਂ ਇਸ ਨੂੰ ਜ਼ਬਤ ਕਰ ਲਿਆ ਜਾਵੇ। ਸਾਧ ਸੰਗਤ ਜੀ, ਜਦੋਂ ਇਹ ਗੱਲ ਦਾ ਸਿੱਖ ਸੰਗਤਾਂ ਨੂੰ ਪਤਾ ਲੱਗਾ ਨਾ, ਤੇ ਸਿੱਖ ਸੰਗਤਾਂ ਦੇ ਵਿੱਚੋਂ ਜਿਹੜੇ ਕੁਝ ਕਮਜ਼ੋਰ ਮਨਾਂ ਵਾਲੇ ਸਨ ਉਹ ਘਬਰਾ ਗਏ ਤੇ ਪਾਤਸ਼ਾਹ ਦੇ ਕੋਲ ਬਿਨੇ ਕੀਤੀ, ਜੋਦੜੀ ਕੀਤੀ। ਕਹਿਣ ਲੱਗੇ, ਮਹਾਰਾਜ ਬਾਦਸ਼ਾਹ ਦੀ ਚਿੱਠੀ ਆਈ ਏ, ਪਤਾ ਨਹੀਂ ਕੀ ਹੋਵੇਗਾ, ਪਰਖ ਲਈ ਸੱਦਿਆ ਏ। ਮਹਾਰਾਜ ਸਮਝਾਉਣ ਲੱਗੇ। ਮਹਾਰਾਜ ਕਹਿੰਦੇ, ਸੰਗਤ ਜੀ ਘਬਰਾਉਂਦੇ ਕਿਉਂ ਹੋ? ਇਹ ਕਿਸੇ ਆਮ ਇਨਸਾਨ ਦੀ ਬਾਣੀ ਨਹੀਂ, ਇਹ ਅਕਾਲ ਪੁਰਖ ਦੀ ਬਾਣੀ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਕਹਿਣ ਲੱਗੇ, ਤੁਸੀਂ ਘਬਰਾਓ ਨਾ, ਗ੍ਰੰਥ ਲੈ ਜਾਓ। ਸਿੱਖ ਸੰਗਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਵਾਰੀ ਲੈ ਕਰਕੇ ਅਚਲ ਬਟਾਲੇ ਪਹੁੰਚ ਗਈਆਂ। ਅਕਬਰ ਬਾਦਸ਼ਾਹ ਆਇਆ, ਉਸਨੇ ਕੀ ਵੇਖਿਆ? ਉੱਥੇ ਕਾਜੀ ਵੀ ਹਾਜ਼ਰ ਹੈ, ਪੰਡਤ ਵੀ ਹਾਜ਼ਰ ਹੈ, ਸਾਧ ਸੰਗਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜ ਦਾ ਪ੍ਰਕਾਸ਼ ਵੀ ਕੀਤਾ ਹੈ। ਇਹ ਦੇਖ ਕੇ ਬੜਾ ਹੈਰਾਨ ਹੋਇਆ। ਕਹਿਣ ਲੱਗਾ, ਹੈ ਤੇ ਸਾਰੇ ਧਰਮ ਸਤਿਕਾਰਯੋਗ ਨੇ, ਪਰ ਕਾਜੀ ਨੇ ਕੁਰਾਨ ਸ਼ਰੀਫ ਕੱਛ ਵਿੱਚ ਮਾਰੀ ਹੋਈ ਏ ਤੇ ਪੰਡਤ ਨੇ ਗੀਤਾ ਹੱਥ ਵਿੱਚ ਪਕੜੀਏ। ਹੈਗੇ ਤਾਂ ਉਹਨੇ ਮਨ ਵਿੱਚ ਇੰਜ ਸੋਚ ਲਿਆ ਭਈ ਹੈਗੇ ਤਾਂ ਧਾਰਮਿਕ ਗ੍ਰੰਥ ਨੇ, ਸਤਿਕਾਰਯੋਗ ਨੇ, ਪਰ ਜਿਸ ਵੇਲੇ ਉਸਨੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲ ਵੇਖਿਆ ਤਾਂ ਉਸ ਦਾ ਅਦਬ ਨਾਲ ਸਿਰ ਝੁਕ ਗਿਆ। ਸਾਧ ਸੰਗਤ ਕਿਵੇਂ ਝੁਕਿਆ? ਉਹਨੇ ਕੀ ਵੇਖਿਆ? ਉੱਚਾ ਅਸਥਾਨ, ਮੰਜੀ ਤੇ ਪ੍ਰਕਾਸ਼, ਉੱਪਰ ਚੰਦੋਆ ਤਾਣਿਆ ਹੈ, ਇੱਕ ਸਿੱਖ ਤਾਬਿਆ ਬੈਠਾ ਹੈ, ਇੱਕ ਸਿੱਖ ਪਿੱਛੇ ਖੜਾ ਚਬਰ ਚਲਾ ਰਿਹਾ ਹੈ। ਜਦ ਉਸ ਦਾ ਸਿਰ ਝੁਕਿਆ ਤੇ ਗੁਰੂ ਘਰ ਦੇ ਦੋਖੀ ਕਹਿਣ ਲੱਗੇ, ਬਾਦਸ਼ਾਹ ਸਲਾਮਤ, ਜਿਸ ਗ੍ਰੰਥ ਨੂੰ ਦੇਖ ਕੇ ਤੁਹਾਡਾ ਸਿਰ ਝੁਕਿਆ ਹੈ ਨਾ, ਇਸੇ ਗ੍ਰੰਥ ਦੇ ਵਿੱਚ ਇਸਲਾਮ ਨੂੰ ਮਾੜਾ ਲਿਖਿਆ ਹੈ। ਸਾਧ ਸੰਗਤ ਜੀ, ਅਕਬਰ ਬਾਦਸ਼ਾਹ ਉੱਠਿਆ, ਹੁਕਮ ਕੀਤਾ। ਕਹਿਣ ਲੱਗਾ, ਇੰਜ ਕਰੋ, ਇਹ ਗ੍ਰੰਥ 'ਚ ਕੀ ਲਿਖਿਆ ਮੈਨੂੰ ਪੜ੍ਹ ਕੇ ਸੁਣਾਓ। ਸਾਧ ਸੰਗਤ ਕੀ ਹੋਇਆ? ਜਿਸ ਤਰ੍ਹਾਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਹੁਕਮਨਾਮਾ ਲੈਂਦੇ ਆ ਨਾ, ਇਤਿਹਾਸ ਵਿੱਚ ਇਹ ਜ਼ਿਕਰ ਆਉਂਦਾ ਹੈ ਵੀ ਸਿੱਖ ਨੇ ਬੰਦਨਾ ਕਰਦਿਆਂ ਰੁਮਾਲਾ ਪਰਤਾਇਆ। ਰੁਮਾਲਾ ਉਤਾਰਨ ਤੋਂ ਬਾਅਦ ਕੁਝ ਪੰਨੇ ਪਰਤਾਏ ਤੇ ਮਹਾਰਾਜ ਨੇ ਹੁਕਮਨਾਮਾ ਕੀ ਬਖਸ਼ਿਆ? ਮਹਾਰਾਜ ਨੇ ਇਤਿਹਾਸਕ ਪਹਿਲਾ ਹੁਕਮਨਾਮਾ ਇਹ ਬਖਸ਼ਿਸ਼ ਕੀਤਾ। ਕਹਿਣ ਲੱਗੇ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆ, ਕੋਈ ਅਲਾਏ। ਸਾਧ ਸੰਗਤ, ਮਹਾਰਾਜ ਨੇ ਹੁਕਮ ਕੀਤਾ ਭਈ ਇਸ ਗ੍ਰੰਥ ਵਿੱਚ ਮੁਸਲਮਾਨ ਵੀ ਬੈਠਾ ਹੈ, ਹਿੰਦੂ ਵੀ ਬੈਠਾ ਹੈ ਭਾਈ, ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਕੀਤਾ। ਜਦ ਇਤਨੀ ਗੱਲ ਸੁਣੀ ਤੇ ਅਕਬਰ ਬਾਦਸ਼ਾਹ ਦੇ ਹੱਥ ਤਾਂ ਨੂੰ ਖੜੇ ਹੋ ਗਏ ਤੇ ਕਹਿਣ ਲੱਗਾ, ਸੁਭਾਨ ਅੱਲਾ। ਗੁਰੂ ਘਰ ਦੇ ਦੋਖੀ ਫੇਰ ਨਾ ਹਟੇ। ਕਹਿਣ ਲੱਗੇ, ਬਾਦਸ਼ਾਹ ਸਲਾਮਤ, ਇੱਕ ਵਾਰ ਫੇਰ ਪੜ੍ਹਾ ਕੇ ਵੇਖੋ। ਬਾਦਸ਼ਾਹ ਕਹਿਣ ਲੱਗਾ, ਮੈਨੂੰ ਹੋਰ ਕਿਤਿਓਂ ਪੜ੍ਹ ਕੇ ਸੁਣਾਓ। ਸਿੱਖ ਨੇ ਕੁਝ ਹੋਰ ਪੰਨੇ ਪਰਤਾਏ। ਸਾਧ ਸੰਗਤ, ਆਪ ਜੀ ਨੂੰ ਇੱਕ ਬੇਨਤੀ ਕਰਾਂ, ਇਹ ਸਾਖੀ ਕਿਸੇ ਦੀ ਕੋਈ ਸੁਣੀ ਸੁਣਾਈ ਗੱਲ ਨਹੀਂ, ਇਹ ਇਤਿਹਾਸਕ ਸਾਖੀ ਹੈ
और ये 4 हुक्मनामे बादशाह ਨੂੰ ਬਖਸ਼ਿਸ਼ ਕੀਤੇ ਸਨ। दूसरा हुक्मनामा 10 पातशाहियां की जोत श्री गुरु ग्रंथ साहिब महाराज जी ने की बख्शिश किया। महाराज कहते अल्लाह आगम खुदाई बंदे छोड़ ख्याल दुनिया के धंधे होए पे खाक फकीर मुसाफर एहो दरवेश कबूल दरा। साध संगत जब इतनी गल सुनी तो अकबर बादशाह के हथ जुड़ गए। हथ जुड़ गए तो गुरु घर के दोखी फिर ना हटे, कह लगे बादशाह सलामत किते होर पढ़ा के वेखो, हो सकता है इन्होंने इत्थे भी कोई निशानी रखी होवे, की पता इन्होंने इत्थे कोई निशानी रखी होवे। बादशाह कह लगा महाराज नूं, बादशाह ने ताबिया बैठे सिख नूं हुक्म कीता, कह लगा मैनूं होर किते पढ़ के सुनाओ। सिख ने की कीता, कुछ पन्ने होर परताए। साहिब श्री गुरु ग्रंथ साहिब महाराज ने कृपा की, बादशाह सलामत नूं तीजा इतिहासक हुक्मनामा बख्शिया। कह लगे एक नूर करदंग आलम दुनियाए, आसमान जिमी दरख्त आप पैदाइश खुदाए। कह लगे भाई तू काहदा गुमान करदा है, ये सृष्टि उस अकाल पुरख की साजी है, जो कुछ तैनू दीदा है उस अकाल पुरख का बनाया है, तैनू काहदा अहंकार। जिस वेले तीसरा उसने हुक्मनामा सुनिया ना, उसके हाथ जुड़ गए। कह लगा ये ग्रंथ झूठा नहीं, ये सच दसदा है। साध संगत की होया, विच चुगलखोरियां ने चुगली कर दी। कह लगे महाराज अपनी तसल्ली कर लो, की पता इन्होंने इत्थे भी कोई निशानी रखी होवे। साध संगत कितनी उसते कृपा की। अकाल पुरख ने बादशाह अपने स्थान तो उठिया, 10 पातशाहियां की जोत श्री गुरु ग्रंथ साहिब जी के पास आया ते अपने हत्थां नाल कुछ पन्ने परताए ते कह लगा मैनू इत्थों पढ़ के सुनाओ। साध संगत देखो उसके हथ उत्थे तक गए जिथे उसके लई अकाल पुरख वल्लों उसके वास्ते चौथा इतिहासक हुक्मनामा जारी करना सी। महाराज ने की हुक्म किया, महाराज कहते अव्वल अल्लाह नूर उपाया, कुदरत के सब बंदे एक नूर ते सब जग उपजया, कौन भले को मंदे। साध संगत जी इस ग्रंथ की इतनी वडियाई हुई कि बादशाह ने शीस निवाया ते सिख संगतां नूं कहण लगा कि अर्जन देव जी नूं मेरा सलाम कहना कि मैं ते दीने अलाही धर्म चलाउणा चाहुंदा सी, मैं ते हजे सोचिया ही सी पर तुसां करके विखा दिता। साध संगत ऐसा गुरु है, महाराज कहंदे दोकालंग प्रणासी दयालंग स्वरूपे सदा अंग संगे अपंगंग विभूते। साध संगत जी कृपा करो आप जी इस बाणी नाल जुड़ो, अमृत छको जिन्ना हो सकता है। साध संगत अगे तां गुरु नूं कुछ भेटा करन दे वास्ते सानू कुछ भेटा चाहिदी सी, कोई वस्त्र लिजांदा सी, कोई फुल लिजांदा, कोई घोड़े, कोई कुछ। साध संगत हुण ते काम ही सौखा हो गया। महाराज कहंदे पीवो पहल खंडे धार होए जन्म सुहेला। साध संगत जी इतनी सेवा प्रवान करनी, भुल्लां चुक्का मुआफ करनिया। आप जी दे अनजान बच्चे हाँ, गुरु ग्रंथ साहिब जी महाराज माफ़ करन दिओ आग्या। बलाओ जी फतेह। वाहिगुरू जी का खालसा वाहिगुरू जी की फतेह।